ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਣਵੋ ਆਦ ਏਕੰਕਾਰਾ ਜਲ ਥਲ ਮਈਲ ਕਿਓ ਪਸਾਰਾ। प्रणवो वादे कंकारा जल थल मैयल कियो पसारा। आद पुरख विगत विनाशी लोक चत्रतस ज्योत प्रकाशी। एक ओंकार एक ओंकार एक ओंकार। प्रणवो आद एकंकारा जल थल मैयल कियो पसारा। आद पुरख विगत विनाशी लोक चतुर्दश ज्योत प्रकाशी। प्यारा वाहे गुरु प्यारा वाहे गुरु प्यारा वाहे गुरु प्यारा वाहे गुरु। जपजी साहब ਦੀ ਬਾਣੀ ਮੂਲ ਮੰਤਰ ਦੇ ਉਚਾਰਨ ਤੇ ਨਾਲ ਸ਼ਲੋਕ आद सच जुगाद सच है भी सच नानक होसी भी सच जप करना है। इसदा किसदा जप करना है? आद सच जुगाद सच है भी सच नानक होसी भी सच। जपजी साहब दी बाणी दा पहला श्लोक श्री गुरु ग्रंथ साहिब जी दी बाणी दा पहला श्लोक। पहली पौड़ी सोच दी पौड़ी। बहुत कुछ गुरु साहिब सानू इसके अंदर समझाते हैं। शुरुआत होंदी है इस पौड़ी तो। इस पौड़ी का विस्तार 1430 अंगां ते गुरु साहिब समझाते हैं बड़े प्रेम दे नाल सानू। सारी दी सारी बाणी यही समझाती है मन नू किवें सचियारा बनाना है। इत्थों ही शुरुआत होंदी है। मन नू सचियार किवें बनाना है। मन दे अंदर जो जन्मां जन्मां दी मल है, जो जन्मां जन्मां दे पाप हन कैरी फॉरवर्ड हुए हन, जो जन्मां जन्मां दे साडे अंदर विचार पाप ते पुण्य हन, उन्हां सारियां नू अपनी सोच नू किवें पवित्र करना है। देही पवित्र करन दे नाल सोच पवित्र नहीं होंदी। तीर्थां दे जाण दे नाल नहाण दे नाल सोच पवित्र नहीं होंदी। अहम दी मैल होर नाल जुड़ जांदी है। प्यारी साध संगत जी, गुरु महाराज सोझी दिंदे हन असी सारियां नू। पहली पौड़ी दे अंदर सोचे सोच न होवे जे सोची लखवार। चुपे चुप न होवे जे लाए रहा लिवतार। कहते हैं सोचे सोच न होवे। सोच का अर्थ है पवित्रता, निर्मलता। सोच शौचालय जाके आके स्नान कर लेना, ये सोच
ਉਸ ਦੇ ਨਾਲ ਬਾਰ-ਬਾਰ ਨਹਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ ਪਵਿੱਤਰਤਾ ਨਹੀਂ ਹੁੰਦੀ। ਸੋਚੇ ਸੋਚ ਨ ਹੋਈ, ਜੇ ਸੋਚੀ ਲਖਵਾਰ, ਲੱਖਾਂ ਵਾਰੀ ਕਰ ਲੈ। ਲੱਖਾਂ ਵਾਰੀ ਸੋਚ ਲੈ। ਤੇਰੇ ਥਾਟਸ ਕਿੰਨੇ ਹਨ? ਅਨਲਿਮਿਟਿਡ ਥਾਟਸ ਹਨ ਸਾਡੇ ਅੰਦਰ। ਸਾਡਾ ਮਨ ਕਿਤਨਾ ਕੁਝ ਸੋਚਦਾ ਹੈ। ਇੱਕ ਮਿੰਟ ਦੇ ਅੰਦਰ ਕਿਤਨੇ ਥਾਟਸ, 150 ਥਾਟਸ ਬਣਾ ਲੈਂਦਾ ਹੈ। ਦੌੜਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ ਕਾਲ ਦੇ ਅੰਦਰ। ਵਰਤਮਾਨ ਵਿੱਚ ਨਹੀਂ ਰਹਿੰਦਾ। ਜਾਂ ਭੂਤਕਾਲ ਦੌੜਦਾ ਰਹਿੰਦਾ ਹੈ ਜਾਂ ਭਵਿष्य ਕਾਲ ਦੌੜਦਾ ਰਹਿੰਦਾ ਹੈ। ਕਾਲ ਵਿੱਚ, ਵਰਤਮਾਨ ਵਿੱਚ ਨਹੀਂ ਰਹਿੰਦਾ। ਜਿਸ ਦਿਨ ਵਰਤਮਾਨ ਵਿੱਚ ਰਹਿਣਾ ਸਿੱਖ ਜਾਏਗਾ ਨਾ, ਉसी क्षण ਆਨੰਦ ਦੀ ਪ੍ਰਾਪਤੀ ਹੋ ਜਾਏਗੀ ਤੇ ਸੁੱਚ ਵੀ ਬਣ ਜਾਏਗਾ। ਤਾਂ ਮਨ ਨੂੰ ਵਰਤਮਾਨ ਵਿੱਚ ਲਿਆਣਾ ਬਾਰ-ਬਾਰ ਸਿੱਖਣਾ ਹੈ। ਤਾਂ ਆਪਣੇ ਥਾਟਸ ਨੂੰ ਪਵਿੱਤਰ ਕਿਵੇਂ ਕਰਨਾ ਹੈ? ਥਾਟਸ ਨੂੰ ਪਵਿੱਤਰ ਕਰਨਾ ਹੀ ਸੁੱਚ ਹੈ। ਤੇ ਜਿਸ ਸੋਚ ਦੀ ਗੱਲ, ਜਿਸ ਸੋਚ ਦੀ ਵਿਚਾਰ ਗੁਰੂ ਸਾਹਿਬ ਜੀ ਦੱਸ ਰਹੇ ਹਨ ਨਾ, ਉਹ ਆਪਣੇ ਵਿਚਾਰਾਂ ਨੂੰ ਪਵਿੱਤਰ ਕਰਨਾ ਹੈ। ਮਨ ਨੂੰ ਪਵਿੱਤਰ ਆਪੇ ਹੋ ਜਾਏਗਾ। ਮਨ ਕੀ ਹੈ? ਮਨ ਵਿਚਾਰਾਂ ਦਾ ਬੰਡਲ ਹੈ, ਥਾਟਸ ਆਫ ਬੰਡਲ ਹੈ। ਜਿਸ ਦਿਨ ਮਨ ਦੇ ਵਿਚਾਰ ਪਵਿੱਤਰ ਹੋ ਜਾਣਗੇ, ਸਾਡੀ ਸੋਚ ਪਵਿੱਤਰ ਹੋ ਜਾਏਗੀ, ਮਨ ਵੀ ਪਵਿੱਤਰ ਬਣ ਜਾਏਗਾ। ਮਨ ਇਕੁਅਲ ਟੂ ਥਾਟਸ ਆਫ ਬੰਡਲ। ਚੰਚਲ, ਭਟਕਣਾ। ਤਾਂ ਸਾਰੀ ਦੀ ਸਾਰੀ ਬਾਣੀ ਮਨ ਨੂੰ ਕੇਂਦਰਿਤ ਕਰਕੇ ਦੱਸੀ ਗਈ। और मन की है? थॉट्स ਹਨ। ध्यान है ਸਾਡਾ। ध्यान और मन ਬਹੁਤ ਨਾਲ ਜੁੜਦੇ ਹਨ। ਤਾਂ ਸੋਚੇ ਸੋਚ ਨ ਹੋਵੇ, ਜੇ ਸੋਚੀ ਲਖਵਾਰ। ਲੱਖਾਂ ਵਾਰੀ ਤੀਰਥਾਂ ਤੇ ਇਸ਼ਨਾਨ ਕਰ ਲੈ, ਪਵਿੱਤਰ ਨਹੀਂ ਹੋ ਸਕਦਾ। ਲੱਖਾਂ ਥਾਟਸ ਤੇ ਦੌੜਦਾ ਰਹਿ। ਜਿਸ ਦਿਨ ਆਪਣੀ ਸੋਚ ਨੂੰ ਪਵਿੱਤਰ ਕਰ ਲਏਗਾ, ਉਹ ਪਵਿੱਤਰਤਾ, ਸੁੱਚਤਾ, ਨਿਰਮਲਤਾ ਹੋ ਜਾਵੇਗੀ। ਤਾਂ ਸੋਚੇ ਸੋਚ ਨ ਹੋਵੇ, ਜੇ ਸੋਚੀ ਲਖਵਾਰ। ਫਿਰ ਮਨ ਜਿਹੜਾ ਹੈ ਚੁੱਪ ਤਾਂ ਕਰਦਾ ਹੀ ਨਹੀਂ, ਬੋਲਦਾ ਬਹੁਤ ਹੈ। ਬੋਲਦਾ ਹੀ ਰਹਿੰਦਾ ਹੈ। ਉੱਪਰੋਂ ਚੁੱਪ ਦਿਖਾ ਦਿੰਦੇ ਹਾਂ, ਸ਼ਾਂਤ ਦਿਖਾ ਦਿੰਦੇ ਹਾਂ, ਮੌਨ ਦਿਖਾ ਲੈਂਦੇ ਹਾਂ। ਅੰਦਰ, ਮਨ ਦੇ ਅੰਦਰ ਬਹੁਤ ਸਾਰੀ ਲਹਿਰਾਂ, ਵਿਚਾਰਾਂ ਦੀਆਂ ਲਹਿਰਾਂ ਚਲਦੀਆਂ ਰਹਿੰਦੀਆਂ ਹਨ, ਦੌੜਦੀਆਂ ਰਹਿੰਦੀਆਂ ਹਨ, ਉਛਾਲੇ ਮਾਰਦੀਆਂ ਰਹਿੰਦੀਆਂ ਹਨ। ਉੱਪਰੋਂ ਸ਼ਾਂਤ ਦਿਖਾ ਲੈਂਦੇ ਹਾਂ, ਚੁੱਪ ਕਰਦਾ ਨਹੀਂ। ਜਿਸ ਦਿਨ ਮਨ ਚੁੱਪ ਕਰੇਗਾ, ਉਸ ਦਿਨ ਸੁਣੇਗਾ। ਜਿਸ ਦਿਨ ਸੁਣੇਗਾ, ਉਸ ਦਿਨ ਮੰਨੇਗਾ। ਜਿਸ ਦਿਨ ਮੰਨੇਗਾ, ਉਸ ਦਿਨ ਸਮਝੇਗਾ। ਜਿਸ ਦਿਨ ਸਮਝੇਗਾ, ਉਹ ਦਿਨ ਸੁਰਤ ਜੁੜੇਗੀ। ਜਿਸ ਦਿਨ ਸੁਰਤ ਜੁੜੇਗੀ, ਧਿਆਨ ਲੱਗੇਗਾ। ਧਿਆਨ ਲੱਗੇਗਾ ਤੇ ਮਨ ਦੇ ਵਿਚਾਰ ਪਵਿੱਤਰ ਹੋਣਗੇ। ਤਾਂ ਗੁਰੂ ਮਹਾਰਾਜ ਦੱਸਦੇ ਹਨ, ਮਨ ਕੈਸਾ ਹੈ? ਮਨ ਬਹੁਤ ਮੈਲਾ ਹੈ, ਜਨਮਾਂ ਜਨਮਾਂ ਦਾ ਮੈਲਾ ਹੈ। ਮਨ ਬਹੁਤ ਮੈਲਾ ਹੈ। ਮਨ ਬਹੁਤ ਸੋਚਦਾ ਹੈ। ਮਨ ਬਹੁਤ ਭਟਕਦਾ ਹੈ। ਮਨ ਬਹੁਤ ਚੰਚਲ ਹੈ। ਮਨ ਚੁੱਪ ਨਹੀਂ ਰਹਿੰਦਾ, ਬਹੁਤ ਬੋਲਦਾ ਹੈ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਜੇ ਪਾਖੰਡੀ ਭਗਤੀ ਕਰਕੇ ਦਿਖਾਈਏ, ਅੱਖਾਂ ਬੰਦ ਕਰਕੇ ਦਿਖਾਈਏ ਕਿ ਮੈਂ ਬੜੀ ਲਿਵ ਜੋੜੀ ਹੈ, ਮੌਨ ਰਹਿ ਕੇ ਜੋੜੀ ਹੈ, ਚੁੱਪ ਰਹਿ ਕੇ ਜੋੜੀ ਹੈ, ਪਰ ਅੰਦਰ ਬਹੁਤ ਸਾਰੇ ਵਿਚਾਰ ਚੱਲ ਰਹੇ ਹਨ। ਤਾਂ ਚੁੱਪ ਰਹਿਣ ਦੇ ਨਾਲ ਵੀ ਮਨ ਸਚਿਆਰਾ ਨਹੀਂ ਬਣ ਸਕਦਾ। ਗੱਲ ਸਚਿਆਰ ਬਣਨ ਦੀ ਹੋ ਰਹੀ ਹੈ ਮਨ ਦੀ। ਤਾਂ ਚੁੱਪੇ ਚੁੱਪ ਨਾ ਹੋਵਈ। ਫਿਰ ਕਹਿੰਦੇ ਹਨ, ਭੁੱਖੀਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇਸ ਮਨ ਦੀ ਭੁੱਖ ਖਤਮ ਨਹੀਂ ਹੁੰਦੀ। ਭੁੱਖ ਕੀ ਹੈ? ਤ੍ਰਿਸ਼ਨਾਵਾਂ।
ਬਹੁਤ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ। ਜੋ ਕੁਝ ਦੇਖਦਾ ਹੈ ਪ੍ਰਾਪਤ ਕਰਨਾ ਚਾਹੁੰਦਾ ਹੈ। ਪ੍ਰਾਪਤ ਕਰਨ ਦੇ ਲਈ ਫਿਰ ਇਹ ਬੜੇ ਸਾਰੇ ਪਾਪ ਵੀ ਕਰਦਾ ਹੈ, ਝੂਠ ਵੀ ਬੋਲਦਾ ਹੈ, ਜੀਵਨ ਦੇ ਅੰਦਰ ਬਹੁਤ ਸਾਰੇ ਬੁਰੇ ਕਰਮ ਵੀ ਕਰਦਾ ਹੈ। ਕਿਉਂ? ਤ੍ਰਿਸ਼ਨਾਵਾਂ ਪੂਰਨ ਕਰਨ ਦੇ ਲਈ। ਤ੍ਰਿਸ਼ਨਾਵਾਂ ਬਹੁਤ ਹਨ, ਆਸ਼ਾਵਾਂ ਬਹੁਤ ਹਨ, ਮਨਸਾਵਾਂ ਬਹੁਤ ਹਨ, ਜਿਭ ਦੇ ਸਵਾਦ ਬਹੁਤ ਹਨ, ਰਸਨਾ ਬਹੁਤ ਕੁਝ ਮੰਗਦੀ ਹੈ, ਸੁਖ ਦੇ ਪਦਾਰਥ ਦੇ ਪਿੱਛੇ ਦੌੜਦਾ ਹੈ। ਤਾਂ ਕਹਿੰਦੇ ਹਨ, ਭੁੱਖਿਆਂ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਪਾਰ। ਭੁੱਖੇ ਰਹਿਣ ਦੇ ਨਾਲ, ਵਰਤ ਰੱਖਣ ਦੇ ਨਾਲ, ਅੰਨ ਛੱਡਣ ਦੇ ਨਾਲ ਭੁੱਖ ਨਹੀਂ ਉਤਰਦੀ। ਇਸ ਦੇ ਅੰਦਰ ਦੀ ਭੁੱਖ ਬਹੁਤ ਸਾਰੀ ਹੈ। ਤ੍ਰਿਸ਼ਨਾਵਾਂ ਦੀ ਭੁੱਖ ਹੈ। ਅਨਲਿਮਿਟਿਡ ਇੱਛਾਵਾਂ ਹਨ, ਆਸ਼ਾਵਾਂ ਹਨ, ਮਨਸਾਵਾਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਚਾਹੁੰਦਾ ਹੈ। ਸੁੱਖਾਂ ਦੇ ਪਦਾਰਥਾਂ ਨੂੰ ਪਾਣਾ ਚਾਹੁੰਦਾ ਹੈ। ਉਹ ਸੁੱਖ ਜਿਨ੍ਹਾਂ ਨੂੰ ਪਾਣਾ ਚਾਹੁੰਦਾ ਹੈ ਉਹ ਤਨ ਦੇ ਸੁੱਖ ਹਨ, ਪਰ ਸੋਚਦਾ ਹੈ ਮਨ ਦੇ ਸੁੱਖ ਹਨ। ਮਨ ਦਾ ਸੁੱਖ ਤੇ ਸਿਰਫ ਬਾਣੀ ਹੈ, ਨਾਮ ਸਿਮਰਨ ਹੈ, ਪ੍ਰਭੂ ਦਾ ਪਿਆਰ ਹੈ। ਤਨ ਦੇ ਸੁੱਖ ਦੇ ਸਾਧਨ ਜੋੜਨ ਦੇ ਲਈ ਮਨ ਦੌੜਦਾ ਰਹਿੰਦਾ ਹੈ। ਤਨ ਦੇ ਸੁੱਖ ਦੇ ਸਾਧਨ ਜੋੜਨ ਦੇ ਲਈ ਸਾਰੀ ਉਮਰ ਮਨ ਦੌੜਦਾ ਰਹਿੰਦਾ ਹੈ। ਭੁੱਖਿਆਂ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਪਾਰ। ਤਿੰਨਾਂ ਪੁਰੀਆਂ ਦਾ ਪਾਰ ਵੀ ਮਿਲ ਜਾਏ ਨਾ, ਤਿੰਨਾਂ ਪੁਰੀਆਂ ਦਾ, ਤਿੰਨ ਲੋਕਾਂ ਦਾ ਸਭ ਕੁਝ ਪ੍ਰਾਪਤ ਹੋ ਜਾਏ ਨਾ, ਫਿਰ ਵੀ ਇਸ ਦੀ ਭੁੱਖ ਨਹੀਂ ਖਤਮ ਹੁੰਦੀ। ਇੱਕ ਭੁੱਖ ਰਸਨਾ ਦੀ, ਰਸੀਲੇ ਪਦਾਰਥ ਖਾਣ ਦੀ ਭੁੱਖ। ਇੱਕ ਭੁੱਖ ਸੰਸਾਰਿਕ ਤਨ ਨੂੰ ਸੁਖ ਦੇਣ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਭੁੱਖ। ਫਿਰ ਕਹਿੰਦੇ ਹਨ ਸਿਆਣਾ ਬੜਾ ਹੈ। ਮਨ ਬੜਾ ਸਿਆਣਾ ਸਮਝਦਾ ਆਪਣੇ ਆਪ ਨੂੰ, ਬਾਕੀਆਂ ਨੂੰ ਮੂਰਖ ਸਮਝਦਾ ਹੈ। ਆਸ-ਪਾਸ ਸਾਰੇ ਮੂਰਖ ਹਨ, ਮੈਂ ਹੀ ਬੜਾ ਸਿਆਣਾ ਹਾਂ। ਕਹਿੰਦੇ ਹਨ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇਰੇ ਕੋਲ ਲੱਖ ਸਿਆਣਪਾਂ ਹੋਣ, ਇੱਕ ਵੀ ਨਾਲ ਨਹੀਂ ਜਾਏਗੀ। ਹੋਏਗਾ ਉਹੀ ਜੋ ਪ੍ਰਭੂ ਦੀ ਇੱਛਾ ਹੈ, ਜੋ ਕਰਮਾਂ 'ਚ ਲਿਖਾ ਕੇ ਆਇਆ ਹੈ, ਜੋ ਲੇਖਾ ਲਿਖਾ ਕੇ ਆਇਆ ਹੈ। ਆਪਣੀ ਸਿਆਣਪ ਕਿੰਨੀ ਵੀ ਵਰਤ ਲੈ, ਉਹ ਲੇਖਾ ਜੋ ਤੇਰੇ ਕਰਮਾਂ ਤੋਂ ਬਣਿਆ। ਜੈਸੇ ਵਿਚਾਰ ਹੋਣਗੇ ਵੈਸੇ ਬਚਨ ਬੋਲਾਂਗੇ, ਜੈਸੇ ਬਚਨ ਬੋਲਾਂਗੇ ਵੈਸੇ ਕਰਮ ਬਣਨਗੇ, ਜੈਸੇ ਕਰਮ ਬਣਨਗੇ ਵੈਸੇ ਪਾਪ ਔਰ ਪੁੰਨ ਬਣਨਗੇ। ਪਾਪ ਪੁੰਨ ਦੇ ਨਾਲ ਲੇਖਾ ਲਿਖਿਆ ਜਾਏਗਾ। ਉਹੀ ਕਰਮ ਲਿਖਾ ਕੇ ਆਵਾਂਗੇ, ਵੈਸੇ ਹੀ ਕਰਮ ਫਿਰ ਕਰਾਂਗੇ, ਫਿਰ ਜੂਨਾਂ ਵਿੱਚ ਆਵਾਂਗੇ। ਤਾਂ ਸਾਰਿਆਂ ਦਾ ਬੇਸ ਹੈ ਮਨ ਦੇ ਵਿਚਾਰ। ਮਨ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਹੈ, ਪਵਿੱਤਰ ਕਰਨਾ ਹੈ, ਨਿਰਮਲ ਕਰਨਾ ਹੈ। ਗੁਰੂ ਮਹਾਰਾਜ ਸਾਨੂੰ ਇਹ ਮਨ ਦੀਆਂ ਅਵਸਥਾ ਦੱਸਦੇ ਹਨ। ਫਿਰ ਕਹਿੰਦੇ ਹਨ ਕਿਵ ਸਚਿਆਰਾ ਹੋਈ ਹੈ। ਫਿਰ ਤੁਸੀਂ ਦੱਸੋ ਨਾ, हे ਮੇਰੇ ਪ੍ਰਭੂ, हे ਮੇਰੇ ਪਰਮੇਸ਼ਵਰ, हे ਮੇਰੇ ਰਾਮਈਆ, हे ਮੇਰੇ ਗੋਪਾਲ, हे ਮੇਰੇ ਮੋਹਨ ਮਨਮੋਹਨ, ਤੁਸੀਂ ਦੱਸੋ ਕਿਵ ਸਚਿਆਰਾ ਹੋਈ ਹੈ, ਕਿਸ ਤਰ੍ਹਾਂ ਸੱਚ ਬਣੀ ਹੈ। ਕਿਉਂ ਕੂੜੇ ਟੁੱਟੇ ਪਾਲ, ਮੇਰੇ ਅੰਦਰੋਂ ਦੀ ਝੂਠ ਦੀ ਦੀਵਾਰ ਕਿਵੇਂ ਟੁੱਟੇ, ਤੁਸੀਂ ਦੱਸੋ। ਫਿਰ ਮਨ ਐਸਾ ਹੈ, ਮਨ ਐਸਾ ਹੈ, कैसा है सोचे सोच न होई, जे सोची लखवार। मैला है मन, मैला है, सोचदा बहुत है, विचार भी मैले हन। कहते हन चुपे चुप न होवी, चुप नहीं करदा, बोलदा बहुत है। फिर इहदी भुख खत्म नहीं होंदी, फिर सियाणा बहुत समझदा है। ये सारियां गल्लां तो मन नूं किवें सचियार बनावांगे। तो गुरु महाराज कहते हैं कि सचियारा होई है, किव कूड़े टुट्टे पाल।
ਇਹ ਪੂਰੇ ਦੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਸ਼ਨ ਹੈ। ਸਾਰੀ ਬਾਣੀ ਪ੍ਰਸ਼ਨ ਉੱਤਰ ਦੇ ਨਾਲ ਚਲਦੀ ਹੈ। ਸਾਰੀ ਬਾਣੀ ਪ੍ਰਸ਼ਨ ਉੱਤਰ ਦੇ ਨਾਲ ਚਲਦੀ ਹੈ। ਪ੍ਰਸ਼ਨ, ਕੁਐਸਚਨ, ਫਿਰ ਕਿਵੇਂ ਸੱਚੀ ਬਣੀਏ, ਕਿਵੇਂ ਸੱਚ ਦੇ ਘਰ ਬਣੀਏ, ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਤਾਂ ਉੱਤਰ ਵੀ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ, ਸੋਝੀ ਪਾਉਂਦੇ ਹਨ। ਹੁਕਮ ਰਜ਼ਾਈ ਚਲਣਾ, ਨਾਨਕ ਲਿਖਿਆ ਨਾਲ। ਕਿਵੇਂ ਸੱਚਿਆਰ ਬਣਾਂਗੇ? ਜਦ ਅਸੀਂ ਉਸ ਪਰਮੇਸ਼ਵਰ ਦੇ ਹੁਕਮ ਦੇ ਅੰਦਰ ਟੁਰਾਂਗੇ। ਹੁਕਮ ਕੀ ਹੈ? ਸਾਰੀ ਦੀ ਸਾਰੀ ਬਾਣੀ ਹੁਕਮ ਹੈ। ਹੁਕਮ ਦੀ ਅਗਲੀ ਪੌੜੀ ਵਿੱਚ ਸਮਝਾਂਗੇ ਹੁਕਮ ਕੀ ਹੈ। ਸਾਰੀ ਬਾਣੀ ਹੁਕਮ ਹੈ। ਉਸ ਹੁਕਮ ਤੇ ਜੀਵਨ ਜਿਉਣ ਦੀ ਜਾਂਚ ਹੈ। ਸਾਰੀ ਦੀ ਸਾਰੀ ਬਾਣੀ ਉਸ ਜੀਵਨ ਜਿਉਣ ਦੀ ਜਾਂਚ ਤੇ ਚੱਲਾਂਗੇ ਨਾ ਹੁਕਮ ਦੇ ਉੱਤੇ, ਤਾਂ ਸੱਚਿਆਰ ਬਣਾਂਗੇ। ਹੁਕਮ ਰਜ਼ਾਈ, ਉਸ ਤੇ ਪਰਮਾਤਮਾ ਖੁਸ਼ ਹੋਏਗਾ। ਜਿਸ ਦਿਨ ਹੁਕਮ ਤੇ ਚੱਲਾਂਗੇ, ਹੁਕਮ ਰਜ਼ਾਈ, ਰਜ਼ਾਈ ਮਤਲਬ ਖੁਸ਼ ਹੋਣਾ, ਦਿਨ ਪਰਮਾਤਮਾ ਖੁਸ਼ ਹੋਏਗਾ। ਹੁਕਮ ਰਜ਼ਾਈ ਚੱਲਣਾ, ਚੱਲਾਂਗੇ, ਧਾਰਨ ਕਰਾਂਗੇ, ਬਾਣੀ ਨੂੰ ਸੁਣਾਂਗੇ, ਬਾਣੀ ਨੂੰ ਪੜਾਂਗੇ, ਬਾਣੀ ਨੂੰ ਮੰਨਾਂਗੇ, ਬਾਣੀ ਨੂੰ ਧਾਰਨ ਕਰਾਂਗੇ, ਹੁਕਮ ਰਜ਼ਾਈ ਚੱਲਾਂਗੇ ਹੈ ਤਾਂ ਪਰਮੇਸ਼ਰ ਖੁਸ਼ ਹੋਏਗਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਨਾਨਕ ਜੀ ਕਹਿੰਦੇ ਹਨ, ਨਾਲ ਲਿਖਾ ਕੇ ਆਏ ਹਾਂ। ਲੇਖਾ ਨਾਲ ਲਿਖਾ ਕੇ ਆਏ ਹਾਂ। ਕਿਹੜਾ ਲੇਖਾ ਲਿਖਿਆ ਗਿਆ ਹੈ, ਇਹ ਸਮਝਣਾ ਅਸੀਂ। ਉਹ ਲੇਖਾ ਆਇਆ ਕਿੱਥੋਂ? ਮੇਰੇ ਥਾਟਸ ਤੋਂ, ਮੇਰੇ ਬਚਨਾਂ ਤੋਂ, ਮੇਰੇ ਕਰਮਾਂ ਤੋਂ। ਪਾਪ ਪੁੰਨ ਬਣੇ, ਮੇਰਾ ਲੇਖਾ ਲਿਖਿਆ ਗਿਆ। ਉਹ ਵਾਲਾ ਭਾਗ, ਉਹ ਲੇਖਾ ਲਿਖਾ ਕੇ ਅਸੀਂ ਆਏ। ਸਭਨਾ ਲਿਖਿਆ ਊੜੀ ਕਲਾਮ। ਉਸ ਲੇਖੇ ਦੇ ਨਾਲ ਸਾਨੂੰ ਜੀਵਨ ਮਿਲਿਆ ਔਰ ਉਸ ਲੇਖੇ ਨਾਲ ਅਸੀਂ ਦੁੱਖ ਸੁੱਖ ਪ੍ਰਾਪਤ ਕਰਾਂਗੇ। ਹੁਕਮ ਕੀ ਹੈ, ਅਗਲੀ ਪੌੜੀ ਵਿੱਚ ਸਮਝਾਂਗੇ। ਤਾਂ ਹੁਣ ਫਿਲਹਾਲ ਇਹ ਸਮਝਣਾ ਹੈ ਕਿ ਮਨ ਦੀ ਅਵਸਥਾਵਾਂ ਕੈਸੀਆਂ ਹਨ ਔਰ ਮਨ ਕਿਵੇਂ ਸੱਚਿਆਰ ਬਣੇਗਾ। ਆਓ ਪੌੜੀ ਨੂੰ ਇੱਕ ਵਾਰੀ ਪੜ੍ਹੀਏ। ਸੋਚੈ ਸੋਚ ਨ ਹੋਵਈ, ਜੇ ਸੋਚੀ ਲਖਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖੀਆਂ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਕਿਵ ਸੱਚਿਆਰਾ ਹੋਈਐ, ਕਿਵ ਕੂੜੇ ਟੁੱਟੇ ਪਾਲ। ਹੁਕਮ ਰਜ਼ਾਈ ਚਲਣਾ, ਨਾਨਕ ਲਿਖਿਆ ਨਾਲ। ਨਾਨਕ ਲਿਖਿਆ ਨਾਲ। ਇਸ ਪੌੜੀ ਨੂੰ ਬਾਰ-ਬਾਰ ਸਮਝਣਾ ਹੈ, ਕਿਉਂਕਿ ਇਹ ਪੌੜੀ ਸਾਰੇ ਦੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੇਸ ਹੈ। ਇਸ ਤੋਂ ਹੀ ਸ਼ੁਰੂਆਤ ਹੁੰਦੀ ਹੈ ਔਰ ਇਸ ਦਾ ਹੀ ਵਿਸਤਾਰ ਹੈ। ਇਸ ਕਰਕੇ ਇਸ ਪੌੜੀ ਨੂੰ ਬਾਰ-ਬਾਰ ਸੁਣਨਾ ਹੈ, ਬਾਰ-ਬਾਰ ਮੰਨਣਾ ਹੈ, ਬਾਰ-ਬਾਰ ਆਪਣੇ ਵਿਚਾਰਾਂ ਨੂੰ ਪਵਿੱਤਰ ਕਰਨਾ ਹੈ। ਉਹੀ ਸੋਚ ਹੈ, ਉਹੀ ਸੁੱਚ ਹੈ। जैसे विचार वैसे वचन, वैसे कर्म, वैसे पाप पुण्य, वैसा मेरा लेखा, वैसी मेरी किस्मत, वैसा मेरा भाग्य लिखिया गया। इन्हां नूं ਅਸੀਂ ਹੀ ਲਿਖਿਆ, ਅਸੀਂ ਹੀ ਠੀਕ ਕਰਨਾ ਹੈ। ਆਪਣੀ ਸੋਚ ਨੂੰ ਸੁੱਚ ਕਰਕੇ, ਆਪਣੇ ਬਚਨਾਂ ਨੂੰ ਸ਼ੁੱਧ ਕਰਕੇ, ਆਪਣੇ ਕਰਮਾਂ ਨੂੰ ਸ਼ੁਭ ਕਰਕੇ ਅਸੀਂ ਹੀ ਆਪਣੇ ਲੇਖੇ ਨੂੰ ਬਦਲਣਾ ਹੈ। ਵਾਹਿਗੁਰੂ ਪਿਆਰਾ ਵਾਹਿਗੁਰੂ, ਪਿਆਰਾ ਵਾਹਿਗੁਰੂ, ਪਿਆਰਾ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।